ਬਾਬੂਸ਼ਾਹੀ ਦੇਖ ਰਹੇ ਸਾਰਿਆਂ ਦਾ ਸਵਾਗਤ ਹੈ। ਡਾਕਟਰਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ। ਡਾਕਟਰਾਂ ਦੇ ਕੰਮਕਾਰ ਦੀ ਅਕਸਰ ਪ੍ਰਸ਼ੰਸਾ ਵੀ ਜਿਹੜੀ ਕੀਤੀ ਜਾਂਦੀ ਹੈ, ਖਾਸ ਤੌਰ ਤੇ ਕੋਵਿਡ ਮਹਾਮਾਰੀ ਦੇ ਨਾਲ ਜਦੋਂ ਪੂਰਾ ਦੇਸ਼ ਹੈ ਲੜ ਰਿਹਾ ਸੀ, ਉਸ ਵੇਲੇ ਡਾਕਟਰਾਂ ਨੂੰ ਐਪਰੀਸ਼ੀਏਟ ਕੀਤਾ ਗਿਆ। ਪਰ ਅੱਜ ਗੱਲ ਕਰਾਂਗੇ ਨਰਸਿੰਗ ਪ੍ਰੋਫੈਸ਼ਨ ਦੀ। ਜਿਹੜੀਆਂ ਨਰਸਾਂ ਹੁੰਦੀਆਂ ਨੇ ਉਹ ਰੀੜ੍ਹ ਦੀ ਹੱਡੀ ਮੰਨੀ ਜਾਂਦੀਆਂ ਨੇ, ਅਤੇ ਉਹਨਾਂ ਦਾ ਵੀ ਜਿਹੜਾ ਕੰਟਰੀਬਿਊਸ਼ਨ ਹੁੰਦਾ ਬਹੁਤ ਵੱਡਾ ਹੁੰਦਾ ਹੈ। ਖਾਸ ਤੌਰ ਤੇ ਮਹਾਮਾਰੀ ਦੇ ਦੌਰਾਨ ਇਹ ਦੇਖਣ ਨੂੰ ਮਿਲਿਆ। ਤੇ ਅੱਜ ਗੱਲਬਾਤ ਕਰਾਂਗੇ ਨਰਸ ਦੀ ਲਾਈਫ ਕਿਸ ਤਰੀਕੇ ਦੀ ਹੁੰਦੀ ਹੈ, ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤੇ ਸਾਰਾ ਕੁਝ ਜਿਹੜਾ ਮੈਨੇਜ ਇਹ ਕਿਵੇਂ ਕਰਦੇ ਨੇ। ਮੇਰੇ ਨਾਲ ਅੱਜ ਜਸਵਿੰਦਰ ਕੌਰ ਨੇ, ਸਟਾਫ ਨਰਸ ਨੇ, ਮੋਹਾਲੀ ਸਿਵਲ ਹਸਪੀਟਲ ਤੋਂ ਗਵਰਨਮੈਂਟ ਐਮਪਲੋਇਡ ਨਰਸ ਨੇ। ਇਹਨਾਂ ਦੀ ਲਾਈਫ ਬਾਰੇ ਜਾਣਾਂਗੇ ਤੇ ਇਸ ਪ੍ਰੋਫੈਸ਼ਨ ਬਾਰੇ ਡਿਟੇਲ ਦੇ ਵਿੱਚ ਜਾਣਾਂਗੇ। ਸਤਿ ਸ਼੍ਰੀ ਅਕਾਲ ਮੈਮ, ਸਵਾਗਤ ਹੈ ਜੀ। ਆਪਣੇ ਪ੍ਰੋਫੈਸ਼ਨ ਨੂੰ ਕਿਵੇਂ ਡਿਫਾਈਨ ਕਰੋਗੇ, ਕਿਵੇਂ ਐਕਸਪਲੇਨ ਕਰੋਗੇ? ਪਹਿਲਾ ਸਵਾਲ। ਮੈਂ ਕਿਤੇ ਇਹ ਪੜ੍ਹਿਆ ਸੀ, ਦਰਿਆ ਕਦੇ ਵੀ ਆਪਣਾ ਪਾਣੀ ਨਹੀਂ ਪੀਂਦੇ, ਬੂਟੇ ਕਦੇ ਵੀ ਆਪਣਾ ਫਲ ਨਹੀਂ ਖਾਂਦੇ, ਫੁੱਲ ਸੁਗੰਧੀ ਆਪਣੇ ਲਈ ਨਹੀਂ ਵੰਡਦਾ, ਦੂਜਿਆਂ ਲਈ ਜਿਉਣਾ ਜਾਂ ਦੂਜਿਆਂ ਦੀ ਮਦਦ ਕਰਨਾ ਹੀ ਕੁਦਰਤ ਦਾ ਅਸੂਲ ਹੈ। ਇਹ ਗੱਲ ਉਸ ਵੇਲੇ ਮੇਰੇ ਦਿਲ 'ਚ ਘਰ ਕਰ ਗਈ। ਮੈਨੂੰ ਨਰਸਿੰਗ ਪ੍ਰੋਫੈਸ਼ਨ ਇੱਦਾਂ ਦਾ ਲੱਗਿਆ ਜਿਸ 'ਚ ਤੁਸੀਂ ਮਰੀਜ਼ਾਂ ਦੀ ਮਦਦ ਕਰਕੇ ਉਹਨਾਂ ਦੀ ਜ਼ਿੰਦਗੀ ਬਿਹਤਰ ਕਰਦੇ ਹੋ। ਇਹ ਕੰਮ ਮੈਂ ਨਿੱਜੀ ਤੌਰ 'ਤੇ ਵੀ ਬਹੁਤ ਸਕੂਨ ਅਤੇ ਖੁਸ਼ੀ ਮਿਲਦੀ ਮੈਨੂੰ। ਤੇ ਮੈਮ, ਕਿਉਂਕਿ ਪ੍ਰੋਫੈਸ਼ਨ ਬਾਰੇ ਜੇ ਗੱਲ ਕੀਤੀ ਜਾਵੇ, ਬੜੀਆਂ ਮੁਸ਼ਕਲਾਂ ਆਉਂਦੀਆਂ ਨੇ। ਬਹੁਤ ਲੋਕ ਸ਼ਾਇਦ ਜਾਣਦੇ ਨਹੀਂ ਕਿ ਕਿੰਨਾ ਕੁ ਟਫ ਹੈ ਜਿਹੜਾ ਉਹ ਡਿਊਟੀ ਹੈ, ਥੋੜ੍ਹੀ ਸਖਤ ਡਿਊਟੀ ਹੈ। ਤੁਹਾਨੂੰ ਪਹਿਲਾਂ ਤਾਂ ਇਹ ਦੱਸੋ, ਕਿੰਨੇ ਸਾਲ ਹੋ ਗਏ ਇਸ ਪ੍ਰੋਫੈਸ਼ਨ ਦੇ ਵਿੱਚ, ਤੇ ਕੀ ਉਤਾਰ ਚੜ੍ਹਾਅ ਦੇਖੇ ਨੇ? ਨਰਸਿੰਗ ਦੇ ਕਿੱਤੇ ਨਾਲ ਜੁੜਿਆ 35 ਸਾਲ ਦੇ ਕਰੀਬ ਸਮਾਂ ਹੋਣ ਤੋਂ ਬਾਅਦ ਮੈਂ ਮਹਿਸੂਸ ਕਰਦੀ ਹਾਂ, ਜੇ ਕੋਈ ਇਸ ਪ੍ਰੋਫੈਸ਼ਨ ਨਾਲ ਜੁੜ ਕੇ ਵੀ ਸੇਵਾ ਦੇ ਅਰਥ ਨਹੀਂ ਸਮਝਿਆ ਤਾਂ ਇਹ ਉਸ ਦੀ ਬਦਕਿਸਮਤੀ ਹੈ। ਮੈਂ ਨਿੱਜੀ ਤੌਰ 'ਤੇ ਇਹ ਸੇਵਾ ਦਾ ਆਨੰਦ ਮਾਣਿਆ ਅਤੇ ਮੈਂ ਮਹਿਸੂਸ ਕਰਦੀ ਹਾਂ ਮੈਂ ਇੱਕ ਨਰਸ ਹਾਂ ਅਤੇ ਡਾਕਟਰੀ ਸਹਾਇਤਾ ਦੇਣ ਵਾਲੀਆਂ ਸੰਸਥਾਵਾਂ ਦੀ ਰੀੜ੍ਹ ਦੀ ਹੱਡੀ ਹਾਂ। ਸਾਡਾ ਵਾਸ ਸਮਾਜ ਵਿਚਲੇ ਵੱਖ-ਵੱਖ ਵਰਗਾਂ ਨਾਲ ਪੈਂਦਾ ਹੈ, ਚਾਹੇ ਉਹ ਮਰੀਜ਼ ਦੇ ਰੂਪ ਵਿੱਚ ਹੋਵੇ, ਚਾਹੇ ਉਹ ਵਾਰਸ ਦੇ ਰੂਪ ਵਿੱਚ ਹੋਵੇ। ਅਤੇ ਇੱਕ ਨਰਸਿੰਗ ਕਿੱਤੇ ਨਾਲ ਜੁੜੇ ਵਰਕਰ ਦੀ ਅਸਲ ਪਹਿਚਾਣ ਇਹੀ ਹੈ ਕਿ ਉਸ ਨੇ ਹਰ ਹਾਲਾਤਾਂ ਦੇ, ਹਰ ਤਰ੍ਹਾਂ ਦੇ ਵਿਅਕਤੀਆਂ ਵਿੱਚ ਵਿਚਰਦਿਆਂ ਆਪਣੀ ਮਾਨਸਿਕਤਾ ਨੂੰ ਇਕਸਾਰ ਰੱਖਿਆ ਹੈ ਅਤੇ ਬਿਨਾਂ ਭੇਦਭਾਵ ਦੇ ਭਾਵਨਾ ਵਾਲੀ ਸੇਵਾ ਨੂੰ ਅੱਗੇ ਰੱਖਿਆ ਹੈ। ਮੈਂ ਸੀਨੀਅਰ ਅਧਿਕਾਰੀਆਂ ਦੀ ਵੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਮੇਰੇ 'ਤੇ ਪੂਰਨ ਭਰੋਸਾ ਅਤੇ ਮੈਨੂੰ ਅੱਗੇ ਤੋਂ ਅੱਗੇ ਹੋ ਕੇ ਸੇਵਾ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ। ਮੈਮ, ਅਗਲਾ ਸਵਾਲ ਮੈਂ ਕਰੂੰਗਾ ਵੀ ਤੁਸੀਂ ਇਹ ਦੱਸੋ ਵੀ ਵਰਕਿੰਗ ਆਵਰਸ ਜਿਹੜੇ ਨੇ ਉਹ ਕਿੰਨੇ ਹੁੰਦੇ ਨੇ, ਕਿੰਨਾ ਕੰਮ ਕਰਨਾ ਪੈਂਦਾ ਦਿਨ ਦੇ ਵਿੱਚ, ਤੇ ਕੰਡੀਸ਼ਨਸ ਕੀ ਰਹਿੰਦੀਆਂ ਨੇ? ਵਰਕਿੰਗ ਆਵਰਸ ਸਾਡੇ ਸ਼ਿਫਟਿੰਗ ਡਿਊਟੀਆਂ ਹੁੰਦੀਆਂ, ਮਾਰਨਿੰਗ, ਈਵਨਿੰਗ, ਨਾਈਟ। ਮਾਰਨਿੰਗ 6 ਘੰਟੇ ਦੀ, ਈਵਨਿੰਗ 6 ਘੰਟੇ ਦੀ, ਨਾਈਟ ਜਿਹੜੀ ਹੈ 12 ਘੰਟੇ ਦੀ ਹੁੰਦੀ ਹੈ। ਤਾਂ ਜਦੋਂ ਮਾਰਨਿੰਗ ਈਵਨਿੰਗ 'ਚ ਚਲੋ 6-6 ਘੰਟੇ ਦੀ ਡਿਊਟੀ ਕਰਨਾ ਨੋਰਮਲ ਹੀ ਹੈ। ਜਦੋਂ ਅਸੀਂ ਨਾਈਟ ਡਿਊਟੀ ਕਰਦੇ ਹਾਂ ਨਾ, ਨਾਈਟ ਡਿਊਟੀ ਕਰਨ ਤੋਂ ਬਾਅਦ 2-2 ਨਾਈਟ ਜਾਂ 1 ਨਾਈਟ, 1 ਹਫ਼ਤਾ ਸਾਨੂੰ ਨੋਰਮਲ ਲਾਈਫ 'ਚ ਆਉਣ 'ਤੇ ਲੱਗ ਜਾਂਦਾ ਹੈ। ਅਤੇ ਸਾਡੇ ਲਈ ਹੀ ਬਹੁਤ ਹੀ ਮੁਸ਼ਕਲਾਂ ਵਾਲੀਆਂ ਡਿਊਟੀਆਂ, ਫੀਮੇਲ ਨੱਤ ਹੋਣ ਦੇ ਕਾਰਨ ਘਰਾਂ ਵਿੱਚ ਵੀ ਬਹੁਤ ਸਾਰੀਆਂ ਮੁਸ਼ਕਲਾਂ ਨੇ, ਕਿਉਂਕਿ ਘਰ ਦਾ ਵੀ ਸਾਰਾ ਕੰਮ ਸੰਭਾਲਣਾ ਹੁੰਦਾ ਹੈ ਅਤੇ ਇੱਥੋਂ ਦਾ ਵੀ ਕੰਮ, ਹੌਸਪੀਟਲ ਦਾ ਵੀ ਘਰ ਸੰਭਾਲਦੇ ਹਾਂ। ਜਦੋਂ ਅਸੀਂ ਡਿਊਟੀ 'ਤੇ ਆਉਂਦੇ ਹਾਂ ਉਦੋਂ ਅਸੀਂ ਘਰ ਨੂੰ ਭੁੱਲ ਜਾਂਦੇ ਹਾਂ, ਅਤੇ ਜਦੋਂ ਤੇ ਅਸੀਂ ਘਰ ਹੁੰਦੇ ਹਾਂ ਉਦੋਂ ਘਰਦਿਆਂ ਦੇ ਨਾਲ ਪੂਰਾ ਟਾਈਮ ਸਪੈਂਡ ਕਰਦੇ ਹਾਂ। ਤੁਸੀਂ ਆਪਣੇ ਕੰਮਕਾਰ ਨੂੰ ਕਿਵੇਂ ਲੈਂਦੇ ਹੋ, ਉਸ ਪ੍ਰੋਫੈਸ਼ਨ ਨੂੰ ਕਿਵੇਂ ਲੈਂਦੇ ਹੋ? ਇਹਨੂੰ ਇੰਜੋਏ ਕਰਕੇ ਕਰਦੇ ਹੋ ਜਾਂ ਇਹਨੂੰ ਇੱਕ ਜ਼ਿੰਮੇਵਾਰੀ ਸਮਝਦੇ ਹੋ? ਕਿਸ ਤਰੀਕੇ ਦੇ ਨਾਲ, ਮਤਲਬ ਤੁਹਾਡਾ ਜਿਹੜਾ ਮੀਨਿੰਗ ਕੀ ਹੈ ਇਹਦੇ ਲਈ ਕੰਮ ਕਰਨ ਦਾ?
ਮੈਂ ਜਿਸ ਤਰ੍ਹਾਂ ਪਹਿਲਾਂ ਹੀ ਦੱਸਿਆ ਕਿ ਇੱਕ ਸੇਵਾ ਭਾਵਨਾ ਅਸਲ ਪਹਿਚਾਣ ਨਰਸਿਸ ਦੀ, ਤੇ ਇਸ ਨੂੰ ਸੇਵਾ ਭਾਵਨਾ ਦੇ ਨਾਲ ਲੈ ਕੇ ਮੈਂ ਬਹੁਤ ਹੀ ਆਨੰਦ ਖੁਸ਼ੀ ਪ੍ਰਾਪਤ ਕਰਦੀ ਹਾਂ। ਤੇ ਮੈਨੂੰ ਲੱਗਦਾ ਹੈ ਕਿ ਡਿਊਟੀ ਨੂੰ ਡਿਊਟੀ ਸਮਝ ਕੇ ਹੀ ਨਾ ਕੰਮ ਕਰੀਏ। ਸਾਡੇ ਕੋਲ ਇੱਥੇ ਦੁਖੀ ਪੇਸ਼ੈਂਟ ਆਉਂਦੇ ਨੇ ਤੇ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਹੈਂਡਲ ਕਰਕੇ ਉਹਨਾਂ ਦਾ ਦੁੱਖ ਸੁੱਖ ਵੰਡਾ ਕੇ ਉਹਨਾਂ ਨੂੰ ਖੁਸ਼ੀ ਮਿਲਦੀ ਹੈ। ਤੇ ਜਦੋਂ ਉਹਨਾਂ ਨੂੰ ਉਹ ਖੁਸ਼ ਠੀਕ ਹੋ ਕੇ ਜਾਂਦੇ ਨੇ, ਉਹਨਾਂ ਨੂੰ ਖੁਸ਼ੀ ਮਿਲਦੀ ਹੈ ਤੇ ਸਾਨੂੰ ਬਹੁਤ ਹੀ ਸਕੂਨ ਮਿਲਦਾ ਹੈ। ਮੈਮ, ਜਿਵੇਂ ਤੁਸੀਂ ਦੱਸਿਆ ਕਿ ਸ਼ੁਰੂ 'ਚ ਵੀ ਤੁਸੀਂ ਦੱਸਿਆ ਬਹੁਤ ਵੱਖ-ਵੱਖ ਤਰ੍ਹਾਂ ਦੇ ਮਰੀਜ਼ਾਂ ਦੇ ਨਾਲ ਵਾਹ ਤੁਹਾਡਾ ਪੈਂਦਾ ਰਹਿੰਦਾ ਹੈਗਾ, ਤੇ ਕੀ ਮੁਸ਼ਕਲਾਂ ਜਿਹੜੀਆਂ ਹੁੰਦੀਆਂ ਨੇ, ਜਿਹੜੀਆਂ ਦੇਖਣ ਨੂੰ ਮਿਲਦੀਆਂ ਨੇ, ਕੁਝ ਤੁਸੀਂ ਦੱਸ ਸਕਦੇ ਹੋ? ਹਾਂਜੀ, ਮੁਸ਼ਕਲਾਂ ਇਹ ਹੈ ਕਿ ਜਿੱਦਾਂ ਇਹ ਇੱਕ ਇਸ ਤਰ੍ਹਾਂ ਦਾ ਪ੍ਰੋਫੈਸ਼ਨ ਹੈ, ਹੌਸਪੀਟਲ ਸਾਰੇ ਦੁੱਖ ਦੇ ਨਾਲ ਹੀ ਆਉਂਦੇ ਨੇ ਤੇ ਉਹ ਇੰਨੇ ਘਬਰਾਹਟ ਵਿੱਚ, ਉਹ ਉਹਨਾਂ ਦੀ ਇੱਕ ਮਜਬੂਰੀ ਹੈ, ਇੰਨੇ ਘਬਰਾਹਟ ਵਿੱਚ ਪਰੇਸ਼ਾਨੀ ਵਿੱਚ ਹੁੰਦੇ ਨੇ। ਤੇ ਉਹ ਕਈ ਵਾਰੀ ਸਾਨੂੰ ਆਣ ਕੇ ਪੁੱਠਾ ਸਿੱਧਾ ਵੀ ਬੋਲਦੇ ਆ, ਸਾਡੇ ਨੂੰ ਉਹ ਸਮਝਣ ਦੀ ਕੋਸ਼ਿਸ਼ ਵੀ ਨਹੀਂ ਕਰਦੇ। ਸਾਡੀ ਉਸ ਟਾਈਮ 'ਤੇ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਕਿ ਅਸੀਂ ਉਹਨਾਂ ਦੇ ਨਾਲ ਬੜੇ ਪਿਆਰ ਦੇ ਨਾਲ ਹੈਂਡਲ ਕਰਦੇ ਹਾਂ, ਤਾਂ ਕਿ ਉਹਨਾਂ ਦੀ ਮਜਬੂਰੀ ਨੂੰ ਸਮਝਦਿਆਂ ਹੋਇਆਂ ਕਿ ਸਾਡਾ ਇਹ ਪ੍ਰੋਫੈਸ਼ਨ ਹੈ ਤੇ ਇਹ ਅਸੀਂ ਇਹ ਸਾਡੇ ਕੋਲ ਦੁਖੀ ਹੋ ਕੇ ਆਉਂਦੇ ਨੇ, ਸਾਡੇ ਕੋਲ ਮਤਲਬ ਆਪਣਾ ਇਹ ਦੁੱਖ ਘਟਾਉਣ ਲਈ ਆਉਂਦੇ ਨੇ ਤੇ ਅਸੀਂ ਉਹਨਾਂ ਦੀ ਮਦਦ ਕਰ ਲਈ ਹਰ ਤਰ੍ਹਾਂ ਤਿਆਰ ਰਹਿੰਦੇ ਹਾਂ। ਜਿਵੇਂ ਕਿ MLC ਕੇਸ ਨੇ, ਲੜਾਈ ਝਗੜਾ ਕਰਕੇ ਆਉਂਦੇ ਨੇ, ਆਣ ਕੇ ਹਾਵੀ ਹੋ ਜਾਂਦੇ ਸਟਾਫ 'ਤੇ, ਉਹਨਾਂ ਦੇ ਨਾਲ 15-15 20 ਬੰਦੇ ਇਹ ਹੁੰਦੇ ਨੇ ਤੇ ਉਹਨਾਂ ਨੂੰ ਵੀ ਹੈਂਡਲ ਕਰਨਾ ਸਟਾਫ ਨਰਸਿਸ ਲਈ ਬਹੁਤ ਹੀ ਔਖਾ ਹੁੰਦਾ। ਮੈਂ ਸੁਮਿਤਾ ਸੈਣੀ ਸਿਵਲ ਹਸਪੀਟਲ ਵਿੱਚ ਜਨਰਲ OT ਵਿੱਚ ਕੰਮ ਕਰਦੀ ਹਾਂ ਐਜ਼ ਅ ਸਟਾਫ ਨਰਸ। ਮੇਰੇ ਕੋਲ ਇਹ ਡਿਪਾਰਟਮੈਂਟ ਔਰਥੋ ਦਾ ਆਉਂਦਾ ਹੈ ਤੇ ਮੁਸ਼ਕਿਲਾਂ ਐਸ ਸੱਚ ਜੇ ਅਸੀਂ ਮੁਸ਼ਕਿਲਾਂ ਨੂੰ ਲੈਣਾ ਚਾਹੀਏ ਤਾਂ ਮੁਸ਼ਕਿਲਾਂ ਸਾਡੇ ਕੋਲੇ ਆਉਂਦੀਆਂ ਨੇ। ਜੇ ਆਪਾਂ ਦੀ ਪੋਜ਼ਿਟਿਵ ਰਹਿ ਕੇ ਕੁਝ ਵੀ ਕਰਾਂਗੇ, ਅਸੀਂ ਕਿਸੇ ਵੀ ਮੁਸ਼ਕਿਲ ਨੂੰ ਈਜ਼ੀਲੀ ਫੇਸ ਕਰ ਸਕਦੇ ਹਾਂ। ਨੋ ਡਾਊਟ ਨਰਸਿੰਗ ਇਜ਼ ਇੱਕ ਬੜਾ ਡਿਫਿਕਲਟ ਪ੍ਰੋਫੈਸ਼ਨ ਹੈਗਾ ਆ, ਬਿਕਾਜ਼ ਆਪਾਂ ਬੀਇੰਗ ਅ ਲੇਡੀ, ਮੈਂ ਆਪਣਾ ਘਰ ਵੀ ਦੇਖਣਾ ਆ, ਮੈਂ ਆਪਣਾ ਪ੍ਰੋਫੈਸ਼ਨ ਵੀ ਦੇਖਣਾ ਆ। ਨਾ ਤਾਂ ਮੈਂ ਆਪਣਾ ਪ੍ਰੋਫੈਸ਼ਨ ਅਵੋਇਡ ਕਰ ਸਕਦੀ ਹਾਂ, ਨਾ ਤਾਂ ਮੈਂ ਆਪਣਾ ਘਰ ਅਵੋਇਡ ਕਰ ਸਕਦੀ ਹਾਂ, ਬਟ ਕੰਮ 'ਤੇ ਆ ਕੇ ਮੇਰਾ ਕੰਮ ਬਹੁਤ ਜ਼ਰੂਰੀ ਹੈ। ਮੈਂ ਮਰੀਜ਼ਾਂ ਨੂੰ ਦੇਖਦੀ ਹਾਂ, ਹਰ ਕੋਈ ਇੱਥੇ ਦੁਖੀ ਹੋ ਕੇ ਆਉਂਦਾ ਆ ਐਂਡ ਨਰਸਿਸ ਇਸ ਚੀਜ਼ ਲਈ ਬਦਨਾਮ ਹੁੰਦੇ ਨੇ ਕਿ ਬਹੁਤ ਰੂਡ ਆ ਨਰਸਿਸ, ਬਹੁਤ ਰੂਡ ਨਰਸਿਸ ਨੂੰ ਮੰਨਿਆ ਜਾਂਦਾ ਆ। ਹਾਂਜੀ, ਬਟ ਮੈਂ ਇਹ ਹਮੇਸ਼ਾ ਦੇਖਿਆ ਹੈ ਕਿ ਪੇਸ਼ੈਂਟ ਨੂੰ ਕਦੀ ਵੀ ਗੁੱਸੇ ਹੋ ਕੇ ਨਾ ਬੋਲੋ, ਬਿਕੋਜ਼ ਉਹ ਹਮੇਸ਼ਾ ਦੁਖੀ ਹੋ ਕੇ ਆਉਂਦਾ ਆ। ਉਹਨਾਂ ਹਮੇਸ਼ਾ ਪਿਆਰ ਨਾਲ ਡੀਲ ਕਰੋਗੇ ਤਾਂ ਤੁਹਾਨੂੰ ਬਲੈਸਿੰਗਸ ਦੇ ਕੇ ਜਾਂਦਾ ਆ ਐਂਡ ਉਹ ਬਲੈਸਿੰਗਸ ਸਾਨੂੰ ਸੈਲਰੀ ਤੋਂ ਜ਼ਿਆਦਾ ਮਾਇਨੇ ਰੱਖਦੀਆਂ ਨੇ। ਪਰਸਨਲੀ ਮੈਨੂੰ ਬਲੈਸਿੰਗਸ ਜ਼ਿਆਦਾ ਮਾਇਨੇ ਰੱਖਦੀਆਂ ਨੇ ਸੈਲਰੀ ਨਾਲੋਂ ਜ਼ਿਆਦਾ, ਅਤੇ ਲੋਕ ਸਾਨੂੰ ਬਹੁਤ ਐਪਰੀਸ਼ੀਏਟ ਵੀ ਕਰਕੇ ਜਾਂਦੇ ਨੇ। ਐਂਡ ਮੁਸ਼ਕਿਲਾਂ ਸਾਨੂੰ ਹਰ ਪ੍ਰੋਫੈਸ਼ਨ 'ਚ ਆਉਂਦੀਆਂ ਹੀ ਨੇ ਐਂਡ ਉਹਨਾਂ ਨੂੰ ਆਪਾਂ ਜ਼ਿਆਦਾ ਜ਼ਰੂਰੀ ਨਹੀਂ ਸਮਝਦੇ ਹੈਗੇ, ਸਾਡਾ ਕੰਮ ਜ਼ਿਆਦਾ ਜ਼ਰੂਰੀ ਹੈ। ਐਂਡ ਮੇਰੇ ਇਹ ਚੀਜ਼ਾਂ ਸਾਨੂੰ ਸਿਖਾਉਂਦੇ ਨੇ ਸਾਡੇ ਇੰਚਾਰਜ ਸਾਹਿਬ, ਮੈਂ ਸਿਸਟਰ ਜਸਵਿੰਦਰ ਨੇ, ਜੋ ਸਾਨੂੰ ਹਮੇਸ਼ਾ ਪੋਜ਼ੀਟਿਵ ਰਹਿਣ ਲਈ ਸਿੱਖਿਆ ਦਿੰਦੇ ਨੇ ਕਿ ਤੁਸੀਂ ਆਪਣਾ ਜੋ ਵੀ ਕੰਮ ਕਰਨਾ ਹੈਗਾ ਆ ਤੁਸੀਂ ਪੋਜ਼ੀਟਿਵ ਰਹਿ ਕੇ ਕਰਨਾ ਆ। ਤੁਹਾਨੂੰ ਕੋਈ ਵੀ ਦਿੱਕਤ ਆਉਂਦੀ ਹੈ, ਕੋਈ ਵੀ ਮੁਸ਼ਕਿਲ ਆਉਂਦੀ ਹੈ, ਤੁਸੀਂ ਮੇਰੇ ਕੋਲੇ ਆਓ, ਤੁਹਾਨੂੰ ਕੋਈ ਵੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਊਗਾ। ਤੁਸੀਂ ਆਪਣੀ ਗੱਲ ਕਰੋ ਤਾਂ ਜਿਵੇਂ ਤੁਹਾਨੂੰ 35 ਸਾਲ ਦਾ ਤਜਰਬਾ ਹੈਗਾ ਇਸ ਪ੍ਰੋਫੈਸ਼ਨ ਦੇ ਵਿੱਚ, ਹੋਰ ਜਿਹੜੇ ਤੁਹਾਡੇ ਨਾਲ ਕੰਮ ਕਰਦੇ ਹੋਣਗੇ ਉਹਨਾਂ ਦਾ ਯੋਗਦਾਨ ਕਿਵੇਂ ਦਾ ਰਹਿੰਦਾ, ਤੇ ਰਲ ਕੇ ਜਿਹੜੀ ਟੀਮ ਬਣਦੀ ਹੈ ਉਹ ਫਿਰ ਕਿਸ ਤਰੀਕੇ ਦੇ ਨਾਲ ਡਿਊਟੀ ਕਰਦੇ ਨੇ? ਮੈਨੂੰ ਆਪਣੇ ਨਰਸਿੰਗ ਕੇਡਰ 'ਤੇ ਬਹੁਤ ਹੀ ਮਾਣ ਹੈ। ਇਹ ਬਹੁਤ ਹੀ ਪਿਆਰੇ ਬੱਚੇ ਨੇ, ਇਹਨਾਂ ਦੀ ਸਪੋਰਟ ਦੇ ਨਾਲ ਹੀ ਹੌਸਪੀਟਲ ਚੱਲਦਾ ਹੈ। ਜੇ ਮੈਂ ਕਹਾਂ ਕਿ ਮੈਂ ਹੀ ਹਾਂ ਤੇ ਪਰ ਮੈਂ ਇਹਨਾਂ ਨੂੰ ਐਗਜ਼ਾਮਪਲ ਜ਼ਰੂਰ ਦਿੰਦੀ ਹੁੰਦੀ ਹਾਂ ਕਿ ਦੇਖੋ ਕਿ ਜੇ ਜਿੰਨੀ ਮਿਹਨਤ ਜਿੰਨਾ ਦਿਲ ਦੇ ਨਾਲ ਤੁਸੀਂ ਕੰਮ ਕਰੋਗੇ, ਇਹ ਜਿਹੜੀ ਇਹ ਕਮਾਈ ਅਸੀਂ ਕਰਕੇ ਆਪਣੇ ਬੱਚਿਆਂ 'ਤੇ ਲਗਾਉਣੇ, ਇਹਦਾ ਫਲ ਤੁਹਾਨੂੰ ਜ਼ਰੂਰ ਹੀ ਪ੍ਰਮਾਤਮਾ ਦੇਵੇਗਾ। ਅਸੀਂ ਕਿਸੇ ਨੂੰ ਦਿਖਾਉਣ ਵਾਸਤੇ ਨਹੀਂ ਡਿਊਟੀ ਕਰਨੀ ਕਿ ਜਾਂ ਸਾਨੂੰ ਕੋਈ ਦੇਖ ਰਿਹਾ
ਕਿ ਜਾਂ ਅਸੀਂ ਉੱਚ ਅਧਿਕਾਰੀਆਂ ਨੂੰ ਦਿਖਾਉਣਾ, ਜਾਂ ਅਸੀਂ ਮਤਲਬ ਕਿਸੇ ਨੂੰ ਦਿਖਾਵੇ ਦਾ ਕੰਮ ਨਹੀਂ ਕਰਨਾ ਚਾਹੀਦਾ। ਸਾਡੇ ਵਿੱਚ ਪੂਰਨ ਭਾਵਨਾ ਹੋਣੀ ਚਾਹੀਦੀ ਹੈ ਤੇ ਬੱਚੇ ਵੀ ਬਹੁਤ ਹੀ ਇੰਟੈਲੀਜੈਂਟ ਅੱਜ ਕੱਲ੍ਹ ਦੇ BSc MSc ਬੱਚੇ ਨੇ ਤੇ ਬਹੁਤ ਅਗਾਂਹ ਵਧੂ ਬੱਚੇ ਨੇ ਤੇ ਬੜੀ ਮਿਹਨਤ ਕਰਦੇ ਨੇ। ਇਹਨਾਂ ਨੇ ਕਦੀ ਵੀ ਨਾ ਕੰਮ ਨੂੰ, ਕੋਈ ਵੀ ਕੰਮ ਕਰਵਾ ਲਓ, ਇਹਨਾਂ ਕਦੀ ਵੀ ਨਾ ਨਹੀਂ ਕੀਤੀ। 24 ਘੰਟਿਆਂ ਵਿੱਚ ਜਦੋਂ ਵੀ ਮਰਜ਼ੀ ਇਹਨਾਂ ਨੂੰ ਬੁਲਾ ਲਓ ਉਸ ਟਾਈਮ ਤੇ ਹਾਜ਼ਰ ਹੁੰਦੇ ਨੇ। ਮੈਮ ਕੋਵਿਡ ਦੀ ਗੱਲ ਕਰਾਂਗੇ। ਵੈਸੇ ਤਾਂ ਤੁਹਾਡੀ ਡਿਊਟੀ 12 ਮਹੀਨੇ 30 ਦਿਨ ਬੜੀ ਸਖਤ ਰਹਿੰਦੀ ਹੈ, ਪਰ ਕੋਵਿਡ ਦੇ ਨਾਲ ਜਦੋਂ ਪੂਰਾ ਦੇਸ਼ ਲੜ ਰਿਹਾ ਸੀਗਾ ਤਾਂ ਉਦੋਂ ਹੈਲਥ ਨਾਲ ਜਿਹੜੇ ਇੱਕ ਹੈਲਥ ਦੇ ਕਿੱਤੇ ਨਾਲ ਜੁੜੇ ਹੋਏ ਜਿੰਨੇ ਵੀ ਲੋਕ ਨੇ, ਉਹ 'ਚ ਤੁਸੀਂ ਵੀ ਆਉਂਦੇ ਹੋ, ਡਾਕਟਰ ਆਉਂਦੇ ਨੇ, ਉਹਨਾਂ ਨੂੰ ਫਰੰਟ ਲਾਈਨ ਵਾਰੀਅਰ ਕਿਹਾ ਗਿਆ, ਕੋਵਿਡ ਵਾਰੀਅਰ ਕਿਹਾ ਗਿਆ। ਉਸ ਵੇਲੇ ਤੁਹਾਡੀਆਂ ਜਿਹੜੀਆਂ ਤੁਹਾਡੇ ਵਰਕ ਦਾ ਸਟ੍ਰੈਸ ਸੀ ਉਹ ਕਿੰਨਾ ਕੁ ਵਧਿਆ, ਕੀ ਮੁਸ਼ਕਲਾਂ ਆਈਆਂ, ਉਹ ਜ਼ਰੂਰ ਸਾਂਝਾ ਕਰੋ। ਜਦੋਂ ਪਹਿਲੀ ਵੇਵ ਆਈ ਮਾਰਚ 2020 ਦੇ ਵਿੱਚ, ਤਾਂ ਉਸ ਵੇਲੇ ਤੁਹਾਡੀ ਮੈਂਟਲ ਪੋਜੀਸ਼ਨ ਕੀ ਰਹਿੰਦੀ ਸੀਗੀ ਤੇ ਕੀ ਮੁਸ਼ਕਲਾਂ ਆਈਆਂ? ਹਾਂਜੀ, ਜਦੋਂ ਪਹਿਲੀ ਵੇਵ ਆਈ ਸੀ ਉਦੋਂ ਨਾ ਮੈਂ ਡੀ-ਐਡਿਕਸ਼ਨ 'ਚ ਕੰਮ ਕਰਦੀ ਸੀ। ਡੀ-ਐਡਿਕਸ਼ਨ 'ਚ ਉਸ ਟਾਈਮ 'ਤੇ ਇਸ ਤਰ੍ਹਾਂ ਦਾ ਔਰਾ ਬਣਿਆ ਹੋਇਆ ਸੀ, ਡਾਕਟਰ, ਮੈਡੀਕਲ ਸਟਾਫ, ਵਾਰਡ ਅਟੈਂਡੈਂਟ ਸਾਰੇ ਹੀ ਸਟ੍ਰੈਸ ਵਿੱਚ ਸੀ। ਉਹ ਟਾਈਮ ਸਾਨੂੰ ਕਦੇ ਵੀ ਨਹੀਂ ਭੁੱਲ ਸਕਦਾ, ਕਿਉਂਕਿ ਸਾਰੇ ਲੋਕ ਆਪੋ ਆਪਣੇ ਘਰਾਂ 'ਚ ਬੈਠ ਗਏ ਸੀ। ਇੱਕ ਮੈਡੀਕਲ ਹੈਲਥ ਕੇਅਰ ਵਾਲੇ ਹੀ ਇੱਥੇ ਹੌਸਪੀਟਲ 'ਚ ਕੰਮ ਕਰ ਰਹੇ ਸੀ ਤੇ ਉਸ ਟਾਈਮ 'ਤੇ ਸਾਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦੇਵਾਂ ਕਿ ਇੱਕ ਸਾਡੇ ਕੋਲ ਪੇਸ਼ੈਂਟ ਆਇਆ ਪੋਜ਼ਿਟਿਵ ਕੇਸ, ਉਹਨੂੰ ਡੀ-ਐਡਿਕਸ਼ਨ 'ਚ ਰੱਖਿਆ। ਡੀ-ਐਡਿਕਸ਼ਨ 'ਚ ਰੱਖਣ ਤੋਂ ਅਸੀਂ ਪਹਿਲਾਂ ਫੋਨ ਕਰਦੇ ਸੀ ਕਿ ਆਪਣਾ ਖਾਣਾ ਲੈ ਜਾਓ, ਖਾਣਾ ਲੈ ਜਾਂਦੇ ਸੀ। ਫਿਰ ਉਹ ਜਿਵੇਂ ਖਾਣਾ ਦੇਣ ਤੋਂ ਬਾਅਦ ਸਰਵ ਕਰਨ ਤੋਂ ਬਾਅਦ ਦਾਲ ਡੁੱਲ ਗਈ, ਮੈਂ ਆਪਣੇ ਇੱਕ ਵਾਰਡ ਅਟੈਂਡੈਂਟ ਨੂੰ ਕਿਹਾ ਕਿ ਪਲੀਜ਼ ਬੇਟੇ ਇਹਨੂੰ ਟਰੋਲੀ ਨੂੰ ਸਾਫ਼ ਕਰ ਦੇ। ਕਹਿੰਦਾ ਮੈਡਮ ਜੀ ਮੇਰਾ ਮਰਨ ਨੂੰ ਦਿਲ ਨਹੀਂ ਕਰਦਾ। ਤੁਸੀਂ ਇਹ ਸੋਚ ਲਓ ਕਿ ਕਿੰਨਾ ਸਟ੍ਰੈਸ ਹੋਏਗਾ, ਕਿੰਨਾ ਡਰ ਸੀ। ਪਰ ਅਸੀਂ ਆਪਣੇ ਆਫਿਸਰਸ ਦੇ, ਸੀਨੀਅਰਸ ਦੇ ਸ਼ੁਕਰਗੁਜ਼ਾਰ ਹਾਂ। ਉਹਨਾਂ ਨੇ ਸਾਨੂੰ ਅੱਗੇ ਤੋਰ ਕੇ ਸਾਡੇ ਨਾਲ ਕਦਮ ਦੇ ਨਾਲ ਕਦਮ ਪੁੱਟ ਕੇ ਸਾਡੇ ਨਾਲ ਮਿਲ ਕੇ ਅਸੀਂ ਸਾਰਿਆਂ ਨੇ ਰਲ ਕੇ ਕੰਮ ਕੀਤਾ। ਫਿਰ ਉਸ ਤੋਂ ਬਾਅਦ ਅਪ੍ਰੈਲ ਦੇ ਵਿੱਚ ਮੇਰੀ ਇੱਥੇ ਸਿਵਲ ਹੌਸਪੀਟਲ ਮੋਹਾਲੀ ਵਿੱਚ ਡਿਊਟੀ ਲਗਾਈ ਗਈ ਤੇ ਉਦੋਂ ਵੀ ਸਾਰਿਆਂ ਨੇ ਦਿਲ ਜਾਨ ਦੇ ਨਾਲ ਕੰਮ ਕੀਤਾ। ਤੇ ਮੈਨੂੰ ਯਾਦ ਹੈ ਕਿ ਜਦੋਂ ਇੱਕ ਪਹਿਲਾ ਪੇਸ਼ੈਂਟ ਡਿਲੀਵਰੀ ਕੇਸ ਆਇਆ, SMO ਮੈਮ ਨੇ ਕਿਹਾ ਕਿ ਤੁਸੀਂ ਡਾਕਟਰ ਨੂੰ ਕਾਲ ਕਰਨ, ਹਰ ਇੱਕ ਨੂੰ ਕਾਲ ਕਰਨ। ਹਰ ਇੱਕ ਬੰਦਾ ਡਰਦਾ ਪਿਆ ਸੀ, ਨਹੀਂ ਇੱਧਰੋਂ ਦੀ ਕੇਸ ਗਿਆ, ਇੱਧਰੋਂ ਨਹੀਂ ਜਾਣਾ। ਇੰਨਾ ਮਤਲਬ ਖੌਫ ਅਤੇ ਡਰ ਸੀ। ਪਰ ਇਸ ਹਾਲਾਤਾਂ ਦੇ ਵਿੱਚ ਵੀ ਸਾਡੇ ਸਟਾਫ ਨੇ ਕੰਮ ਕੀਤਾ। ਅਤੇ ਜਦੋਂ ਸੈਕਿੰਡ ਵੇਵ ਆਈ ਤਾਂ ਉਦੋਂ ਮੇਰਾ ਖਿਆਲ ਡਾਕਟਰ ਚੀਮਾ ਸਰ, ਡਾਕਟਰ ਵਿਜੇ ਭਗਤ ਸੀ, ਇਹਨਾਂ ਨੇ ਵੀ ਬਹੁਤ ਹੀ ਸਟਾਫ ਦੀ ਹੈਲਪ ਕੀਤੀ ਅਤੇ ਉਤਸ਼ਾਹ ਦਿੱਤਾ। ਅਤੇ ਉਹ ਵੇਵ ਮੈਨੂੰ ਸੈਕਿੰਡ ਵੇਵ ਬਿਲਕੁਲ ਨਹੀਂ ਭੁੱਲਦੀ। ਜਦੋਂ ਅਸੀਂ ਰਾਊਂਡ ਕਰਦੇ ਸੀ ਵਿੱਚ ਪੇਸ਼ੈਂਟ 'ਤੇ ਫਿਰਦੇ ਸੀ ਅਤੇ ਇੱਧਰੋਂ ਵੀ ਹਾਏ ਹਾਏ ਹਾਏ, ਮੈਂ ਇਸ ਤਰ੍ਹਾਂ ਦੇ ਮਤਲਬ ਲੱਗਦਾ ਸੀ ਕਿ ਇਸ ਤਰ੍ਹਾਂ ਦੀ ਇੰਨਾ 35 ਸਾਲ ਦੇ ਪ੍ਰੋਫੈਸ਼ਨ 'ਚ ਇਸ ਤਰ੍ਹਾਂ ਦਾ ਡਰਾਉਣਾ ਸੀਨ ਮੈਂ ਫਸਟ ਟਾਈਮ ਹੀ ਦੇਖਿਆ ਅਤੇ ਉਹ ਬਹੁਤ ਔਖਾ ਸੀ ਸਾਡੇ ਲਈ। ਪਰ ਸਾਡੇ ਬੱਚਿਆਂ ਨੇ, ਨਰਸਿੰਗ ਪ੍ਰੋਫੈਸ਼ਨ ਨੇ, ਮੈਡੀਕਲ ਪ੍ਰੋਫੈਸ਼ਨ, ਡਾਕਟਰਸ ਨੇ, ਨਰਸਿੰਗਸ ਨੇ, ਸਾਰਿਆਂ ਨੇ ਰਲ ਕੇ ਮਿਲ ਕੇ ਉਹ ਇੱਕ ਬੋਲਡ ਹੋ ਕੇ ਬਹਾਦਰੀ ਦੇ ਨਾਲ ਉਹਨੂੰ ਸਵੀਕਾਰ ਕਰਕੇ ਅਤੇ ਕੰਮ ਕੀਤਾ। ਕਦੇ ਮਨ 'ਚ ਨਹੀਂ ਆਉਂਦਾ ਸੀਗਾ ਜੀ ਵੀ ਜੋ ਤੁਸੀਂ ਦੱਸਿਆ ਵੀ ਡਰਾਉਣਾ ਸੀਨ ਇਸ ਤਰ੍ਹਾਂ ਦਾ ਸੀਗਾ ਵੀ ਇਸ ਪੇਸ਼ੈਂਟ ਨੂੰ ਛੱਡ ਦਿੱਤਾ ਜਾਵੇ, ਕੱਲ੍ਹ ਦਾ ਨਹੀਂ ਪਤਾ ਹੋਊ ਕਿ ਨਾ ਹੋਊ, ਕਿਉਂਕਿ ਉਸ ਵੇਲੇ ਐਸਾ ਹਾਲਾਤ ਬੜੇ ਉਸ ਤਰ੍ਹਾਂ ਦੇ ਸੀਗੇ। ਅਤੇ ਕੀ ਮਨ 'ਚ ਖਿਆਲ ਕਿਵੇਂ ਦੇ ਆਉਂਦੇ ਸੀ? ਅਸੀਂ ਤਾਂ ਇਹ ਸੋਚ ਕੇ ਮੈਂ ਆਪਣੇ ਘਰਦਿਆਂ ਨੂੰ, ਮੇਰੇ ਘਰਦਿਆਂ ਨੂੰ ਵੀ ਦੱਸ ਦਿੱਤਾ ਸੀ
ਕਿ ਦੇਖੋ ਮੈਂ ਇੰਨੇ ਸਾਲ ਇਸ ਜੌਬ ਨੌਕਰੀ 'ਚੋਂ ਕੰਮ ਕੀਤਾ ਤੇ ਹੁਣ ਇਹ ਔਖੀ ਘੜੀ ਆਈ ਹੈ ਤੇ ਮੈਂ ਅੱਜ ਵੀ ਹੈਗੀ, ਕੱਲ੍ਹ ਵੀ ਹੈਗੀ, ਇਸ ਦੀ ਤੁਸੀਂ ਪਰਵਾਹ ਨਹੀਂ ਕਰਨੀ। ਪਰ ਮੈਂ ਮਰੀਜ਼ਾਂ ਲਈ ਕੰਮ ਕਰਨਾ, ਜੇ ਮਰੀਜ਼ਾਂ ਲਈ ਕੰਮ ਕਰਨ ਲਈ ਮੌਕਾ ਮਿਲਿਆ ਤੇ ਇਹ ਹੁਣ ਫੌਜੀਆਂ ਦੀ ਤਰ੍ਹਾਂ ਅਸੀਂ ਹੀ ਕੰਮ ਕਰਾਂਗੇ ਤੇ ਤੁਸੀਂ ਬਿਲਕੁਲ ਨਿਡਰ ਹੋ ਜਾਓ। ਕਿਉਂਕਿ ਅਸੀਂ ਸਾਰੀ ਉਮਰ ਇਹ ਕਮਾਈ ਕਰਕੇ ਬੱਚਿਆਂ ਨੂੰ ਖਿਲਾਈ ਹੈ ਤੇ ਇਸ ਕਰਕੇ ਇਹ ਸਾਡੇ ਲਈ ਮੌਕਾ ਹੈ ਤੇ ਅਸੀਂ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਵੀ ਕੰਮ ਕੀਤਾ। ਤੁਸੀਂ ਮੈਮ ਫੈਮਿਲੀ ਦਾ ਜ਼ਿਕਰ ਕੀਤਾ ਹੈਗਾ, ਫੈਮਿਲੀ ਦੇ ਬਾਰੇ ਪਹਿਲਾਂ ਤਾਂ ਦੱਸੋ ਜੀ, ਤੁਹਾਡੀ ਫੈਮਿਲੀ 'ਚ ਕੌਣ-ਕੌਣ ਨੇ ਤੇ ਉਦੋਂ ਜਦੋਂ ਕੋਵਿਡ ਦਾ ਦੌਰ ਸ਼ੁਰੂ ਹੋਇਆ ਉਦੋਂ ਫੈਮਿਲੀ ਦੇ ਨਾਲ ਗੱਲਬਾਤ ਹੁੰਦੀ ਸੀਗੀ, ਮਿਲਦੇ ਸੀਗੇ ਤਾਂ ਉਦੋਂ ਕੀ ਚਰਚਾ ਹੁੰਦੀ ਸੀ? ਫੈਮਿਲੀ ਵੱਲੋਂ ਸਪੋਰਟ ਮਿਲੀ ਜਾਂ ਉਹ ਡਰਦੇ ਸੀਗੇ, ਉਹ ਮਾਹੌਲ ਦੱਸੋ। ਹਾਂਜੀ, ਮੇਰੀ ਫੈਮਿਲੀ 'ਚ ਮੇਰੇ ਹਸਬੈਂਡ ਰਾਗੀ ਸਿੰਘ ਨੇ, ਉਹ ਰਿਟਾਇਰਡ ਹੋ ਗਏ। ਬਹੁਤ ਹੀ ਉਹਨਾਂ ਦੀ ਮੈਂ ਜਿੰਨੀ ਵੀ ਸਿਫਤ ਕਰਾਂ ਕਿ ਐਂਜਲ ਟਾਈਪ ਨੇ, ਉਹਨਾਂ ਦਾ ਤੇ ਮੈਂ ਜਿੰਨਾ ਵੀ ਸਤਿਕਾਰ ਕਰਾਂ ਉਹ ਘੱਟ ਹੈ ਮੇਰੇ ਲਈ। ਮੇਰੇ 2 ਬੱਚੇ ਨੇ, ਬੇਟਾ ਮੇਰਾ ਮਰਚੈਂਟ ਨੇਵੀ ਆਫਿਸਰ ਸੀ। ਕੋਵਿਡ ਦੇ ਟਾਈਮ 'ਤੇ ਪੀਕ 'ਤੇ ਜਦੋਂ ਚੱਲ ਰਿਹਾ ਸੀ ਚਾਈਨਾ, ਕੋਰੀਆ, ਜਾਪਾਨ, ਉਸ ਟਾਈਮ 'ਤੇ ਉਹ ਉੱਥੇ ਸੀ। ਉਹਨੇ ਉਦੋਂ ਉਤਰਨਾ ਸੀ ਤੇ ਇਮੀਡੀਏਟਲੀ ਫਲਾਈਟਾਂ ਬੰਦ ਹੋ ਗਈਆਂ ਤੇ ਉਹਨਾਂ ਨੂੰ ਲੱਕੀਲੀ ਕਿ ਕੋਈ ਵੀ ਪੋਰਟ 'ਤੇ ਉਤਾਰ ਲਈ ਨਹੀਂ ਸੀ ਉਤਾਰੇ ਕਿਉਂਕਿ ਚਾਈਨਾ ਤੋਂ ਪੋਰਟ ਕਰਕੇ ਆਇਆ ਹੈ। ਉਸ ਨੂੰ ਮੇਰਾ ਹਰ ਵਕਤ ਡਰ ਰਹਿੰਦਾ ਸੀ ਕਿ ਮੈਨੂੰ ਵੀ ਡਰ ਰਹਿੰਦਾ ਸੀ ਕਿ ਮੇਰਾ ਬੱਚਾ ਚਾਈਨਾ, ਜਾਪਾਨ, ਕੋਰੀਆ 'ਚ ਉੱਥੇ ਇੰਨੀ ਬਿਮਾਰੀ ਫੈਲੀ ਹੋਈ ਤੇ ਮੇਰੇ ਬੱਚੇ ਨੂੰ ਵੀ ਨਾ ਕੁਛ। ਅਤੇ ਮੇਰੇ ਬੇਟੇ ਨੂੰ ਇਹ ਡਰ ਸੀ ਕਿ ਮੇਰੀ ਮਦਰ ਹੌਸਪੀਟਲ 'ਚ ਕੰਮ ਕਰਦੀ ਹੈ ਅਤੇ ਕਿ ਮੇਰੀ ਬੇਟੀ ਕੈਨੇਡਾ, ਉਹ RN ਰਿਸਰਚ ਵਿੱਚ ਵਰਕ ਫਰੋਮ ਹੋਮ ਸੀ ਬੇਟੀ ਤਾਂ। ਪਰ ਬੱਚਿਆਂ ਨੂੰ ਬਹੁਤ ਮੇਰੇ ਲਈ ਸਟਰੈਸ ਸੀ ਕਿ ਇੱਕ ਸਾਡੇ ਮਦਰ ਨੇ ਸਾਡੇ, ਕਿਉਂਕਿ ਬੇਟੀ ਦੀ ਤਾਂ ਮੈਂ ਮੈਰਿਜ ਕਰ ਦਿੱਤੀ ਸੀ, ਬੇਟੇ ਦੀ ਮੈਰਿਜ ਰੱਖੀ ਹੋਈ ਸੀ ਅਤੇ ਤੁਹਾਨੂੰ ਪਤਾ ਹੀ ਹੈ ਕਿ ਮਾਂ ਪਿਓ ਦੀ ਤਾਂ ਹਰ ਟਾਈਮ ਹੀ ਬੱਚਿਆਂ ਨੂੰ ਜ਼ਰੂਰਤ ਹੁੰਦੀ ਹੈ। ਅਤੇ ਮੇਰੇ ਹਸਬੈਂਡ ਤਾਂ ਤੁਹਾਨੂੰ ਦੱਸਿਆ ਕਿ ਬਹੁਤ ਹੀ ਸੌਫਟ ਸਪੋਕਨ ਨੇ ਅਤੇ ਉਹ ਜਿਵੇਂ ਮੈਂ ਬੋਲਡ ਹੈ ਉਹ ਨਹੀਂ ਬੋਲਡ ਹੈਗੇ ਅਤੇ ਉਹ ਉਹਨਾਂ ਨੂੰ ਮਤਲਬ ਉਹ ਸਹਿਮ ਗਏ ਸੀ, ਡਰ ਗਏ ਸੀ, ਪਰ ਜਾ ਕੇ ਮੈਂ ਉਹਨਾਂ ਨੂੰ ਹੌਸਲਾ ਦਿੰਦੀ ਸੀ। ਪਰ ਇਸ ਗੱਲ ਦਾ ਦੁੱਖ ਵੀ ਬਹੁਤ ਹੈ ਕਿ ਸਮਾਜ ਵੀ ਸਾਡੇ ਤੋਂ ਦੂਰੀਆਂ ਵੱਟ ਗਿਆ ਸੀ। ਸਮਾਜ ਈਵਨ ਕਿ ਰਿਸ਼ਤੇਦਾਰ ਵੀ ਸਾਡੇ ਘਰ 'ਚ ਆਉਣਾ ਪਸੰਦ ਨਹੀਂ ਸੀ ਕਰਦੇ ਕਿ ਸਗੋਂ ਸਾਨੂੰ ਕਿ ਇਹ ਦੁੱਖ ਕਿ ਮਤਲਬ ਸਾਡੀ ਹੈਲਪ, ਸਾਡੀ ਬਹਾਦਰੀ ਦੀ, ਸਾਡੇ ਲਈ ਮਤਲਬ ਮੋਟੀਵੇਸ਼ਨ ਦੇ ਲਈ ਡੀਮੋਟੀਵੇਟ ਹੋਣ ਦੇ ਬਾਵਜੂਦ ਵੀ ਕਿ ਅਸੀਂ ਇਹ ਕੰਮ ਕੀਤਾ ਅਤੇ ਨਾਲ ਆਪਣੇ ਪਰਿਵਾਰ ਨੂੰ ਵੀ ਹੌਸਲਾ ਦਿੱਤਾ। ਤੇ ਮੈਮ ਪਰਿਵਾਰ ਦਾ ਜਿਹੜਾ ਦੇਖਣਾ, ਉਹਨਾਂ ਨੂੰ ਫੈਮਿਲੀ ਦੇ ਸਾਰਾ ਦੇਖਣਾ, ਮੈਨੇਜ ਕਰਨਾ, ਘਰ ਦਾ ਕੰਮਕਾਰ ਕਰਨਾ, ਮੈਨੇਜ ਕਿਵੇਂ ਕਰਦੇ? ਨੋਰਮਲੀ ਵੀ ਕਿਵੇਂ ਕਰਦੇ ਹੋ ਅਤੇ ਉਸ ਵੇਲੇ ਵੀ ਕਿਵੇਂ ਕਰਦੇ ਸੀਗੇ? ਡਿਊਟੀ ਤੋਂ ਘਰੇ ਜਾਣਾ, ਫਿਰ ਘਰ ਦਾ ਕੰਮ ਦੇਖਣਾ, ਸੋ ਬੜਾ ਟਾਇਰਿੰਗ ਜੌਬ ਤੁਹਾਡੀ ਆਲਰੇਡੀ ਹੈਗੀ ਹੈ, ਸੋ ਕੰਮਕਾਰ ਕਿਵੇਂ ਦੇਖਦੇ ਹੋ? ਮੈਨੂੰ ਕਾਫੀ ਟਾਈਮ ਤੋਂ ਡਿਸਕ ਦੀ ਕਾਫੀ ਪ੍ਰੋਬਲਮ ਸੀ। ਮੈਂ 8-10 ਸਾਲ ਤੋਂ ਬਿਲਕੁਲ ਟੋਟਲੀ ਘਰ ਦਾ ਕੰਮ ਛੱਡਿਆ ਹੋਇਆ ਸੀ ਅਤੇ ਉਹ ਉਸ ਟਾਈਮ 'ਤੇ ਸਾਨੂੰ ਸਰਵੈਂਟ ਵੀ ਘਰ ਬੈਠ ਗਏ ਸੀ ਅਤੇ ਬਹੁਤ ਮੁਸ਼ਕਲ ਸੀ। ਮੈਂ ਅਤੇ ਮੇਰੇ ਹਸਬੈਂਡ ਨੇ ਰਲ ਕੇ ਕੰਮ ਕੀਤਾ। ਕਦੀ ਉਹ ਪੋਚਾ ਲਗਾਉਂਦੇ ਸੀ, ਕਦੀ ਮੈਂ ਬਰਤਨ, ਈਵਨ ਕਿ ਬਰਤਨ ਵੀ ਇੰਨੇ ਐਗਜ਼ੌਸਟ ਹੋ ਜਾਂਦੀ, ਇੱਕ ਸਟਰੈਸ ਸੀ ਅਤੇ ਇੰਨੇ ਕੁ ਐਗਜ਼ੌਸਟ ਹੋ ਜਾਂਦੀ, ਥੋੜ੍ਹੇ ਜਿਹੇ ਬਰਤਨ ਸੀ ਤਾਂ ਉਹਨੂੰ ਵੀ 2 ਵਾਰੀ ਸਾਹ ਲੈ ਕੇ ਬਰਤਨ ਸਾਫ਼ ਕਰਦੀ ਸੀ। ਅਤੇ ਇਸ ਤਰ੍ਹਾਂ ਮੇਰੇ ਹਸਬੈਂਡ ਬਹੁਤ ਕੋਆਪਰੇਟਿਵ ਸੀ, ਰਲ ਕੇ ਅਸੀਂ ਦੋਨਾਂ ਨੇ ਟਾਈਮ ਪਾਸ ਕੀਤਾ। ਮਰੀਜ਼ਾਂ ਦਾ ਤੁਸੀਂ ਇਲਾਜ ਕਰਦੇ ਹੋ ਜੀ, ਉਸ ਵੇਲੇ ਵੀ ਕੀਤਾ ਅਤੇ ਉਹਨਾਂ ਨੂੰ ਕੋਈ ਖਾਸ ਤਰ੍ਹਾਂ ਦੀ ਮੋਟੀਵੇਸ਼ਨ ਤੁਸੀਂ ਦਿੰਦੇ ਸੀ? ਜਿਵੇਂ ਤੁਸੀਂ ਦੱਸਿਆ ਡੀ ਐਡਿਕਸ਼ਨ ਸੈਂਟਰ 'ਚ ਵੀ ਰਹੇ ਹੋ, ਤਾਂ ਉਹਨਾਂ ਨੂੰ ਮੋਟੀਵੇਟ ਕਿਵੇਂ ਕਰਦੇ ਸੀਗੇ ਜਦੋਂ ਕੋਈ ਜ਼ਿਆਦਾ ਦਿਲ ਸਿੱਟ ਲੈਂਦਾ ਸੀਗਾ? ਹਾਂਜੀ, ਜਿਵੇਂ ਡੀ ਐਡਿਕਸ਼ਨ 'ਚ ਮੈਂ ਕੰਮ ਕੀਤਾ, ਡੀ ਐਡਿਕਸ਼ਨ 'ਚ ਬਹੁਤ ਹੀ ਮੈਨੂੰ ਮਜ਼ਾ ਆਇਆ ਜਦੋਂ ਡੀ ਐਡਿਕਸ਼ਨ 'ਚ 3 ਸਾਲ ਪਹਿਲਾਂ ਡੀ ਐਡਿਕਸ਼ਨ 'ਚ ਕਹਿੰਦੇ ਕਿ ਸੀਨੀਅਰ ਸਟਾਫ ਦੀ ਜ਼ਰੂਰਤ ਹੈ
3-4 ਸਟਾਫ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਨਾ ਕਰ ਦਿੱਤੀ। ਮੈਂ ਕਿਹਾ ਮੈਨੂੰ ਭੇਜੋ, ਕੋਈ ਨਹੀਂ ਮੈਂ ਉੱਥੇ ਜਾਵਾਂਗੀ। ਤਾਂ ਉੱਥੇ ਜਾ ਕੇ ਵੀ ਮੈਂ ਉਹਨਾਂ ਨੂੰ ਇੱਕ ਮਾਵਾਂ ਦੀ ਤਰ੍ਹਾਂ ਹੀ, ਮਾਂ ਦਾ ਰੂਪ ਹੀ ਦਿੱਤਾ ਕਿ ਇਹ ਜਿਹੜੇ ਨਸ਼ੇ ਵਿੱਚ ਬੱਚੇ ਆਏ ਨੇ, ਇਹਨਾਂ ਦਾ ਕੋਈ ਕਸੂਰ ਨਹੀਂ। ਉਹਨਾਂ ਨੂੰ ਮੈਂ ਹਰ ਤਰ੍ਹਾਂ ਦੇ ਲਈ ਹੈਲਪ ਕਰਦੀ ਸੀ ਤੇ ਉਹਨਾਂ ਤੋਂ ਹੌਲੀ ਹੌਲੀ ਕਿ ਉਹਨਾਂ ਦਾ ਦੁੱਖ ਸੁੱਖ ਪੁੱਛ ਕੇ ਕਰਕੇ ਕਿ ਜੇ ਕਿਸੇ ਨੂੰ ਮੰਨ ਲਓ ਕਿ ਜੇ ਕਈ ਕਹਿ ਦਿੰਦੇ ਸੀ ਅਸੀਂ ਨਹੀਂ ਰਹਿ ਸਕਦੇ, ਉਹਨਾਂ ਨੂੰ ਰੀਜਨ ਪੁੱਛਿਆ ਜਾਂਦਾ ਸੀ ਕਿਉਂ, ਮੈਨੂੰ ਹੈਲਪ ਦੱਸ, ਮੈਂ ਕਿਸ ਤਰ੍ਹਾਂ ਦੀ ਤੇਰੀ ਹੈਲਪ ਕਰਾਂ। ਕਿ ਇੱਕ ਮੈਨੂੰ ਯਾਦ ਹੈ ਕਿ ਹਰਨੇਕ ਸਿੰਘ ਪੇਸ਼ੈਂਟ ਸੀ, ਕਹਿੰਦੇ ਕਿ ਮੇਰੇ ਬੱਚਿਆਂ ਦੀ ਫੀਸ ਹੈ, ਮੈਂ 10 ਦਿਨ ਦਾ ਟ੍ਰੀਟਮੈਂਟ ਲੈਣਾ। ਮੈਂ ਕਿਹਾ ਨਹੀਂ, ਤੁਹਾਨੂੰ ਨਾ ਘੱਟ ਤੋਂ ਘੱਟ 1 ਮਹੀਨਾ ਰਹੋ। ਤੇ ਮੈਂ ਕਿਹਾ ਕੀ ਰੀਜ਼ਨ ਆ? ਉਹ ਕਹਿੰਦੇ ਮੇਰੇ ਬੱਚਿਆਂ ਦੀ ਫੀਸ ਨਹੀਂ ਦਿੱਤੀ। ਮੈਂ ਕਿਹਾ ਕੋਈ ਨਹੀਂ, ਫੀਸ ਕਿੰਨੀ ਹੈ? ਕਹਿੰਦੇ 200 ਰੁਪਏ। ਮੈਂ ਕਿਹਾ ਸਰਕਾਰੀ ਸਕੂਲ ਦੀ ਫੀਸ ਹੈ। ਮੈਂ ਕਿਹਾ ਆਪਣੀ ਮਿਸਿਸ ਨੂੰ ਬੁਲਾਓ, ਉਹਨਾਂ ਨੂੰ ਮੈਂ ਬੁਲਾਇਆ, ਫੀਸ ਦਿੱਤੀ। ਮੈਂ ਕਿਹਾ ਹੁਣ ਠੀਕ ਹੈ। ਤੇ ਮੈਨੂੰ ਬੜੀ ਖੁਸ਼ੀ ਮਿਲੀ। ਇਸ ਤਰ੍ਹਾਂ ਸੀ ਇੱਕ ਜਗਜੀਤ ਸਿੰਘ ਪੇਸ਼ੈਂਟ ਸੀ, ਉਹਦਾ ਹੈ ਤਾਂ ਫੋਰਨਰ ਸੀ, ਕੈਨੇਡਾ ਤੋਂ ਆਇਆ, ਪੜ੍ਹਿਆ ਲਿਖਿਆ ਸੀ, ਲੇਕਿਨ ਉਹਦਾ ਕੋਈ ਵੀ ਅਟੈਂਡੈਂਟ ਇੱਥੇ ਨਹੀਂ ਸੀ, ਡਿਵੋਰਸ ਕੇਸ ਸੀ। ਤਾਂ ਉਹਦੇ ਲਈ ਉਹਦੀ ਨਿਊਜ਼ੀਲੈਂਡ ਤੋਂ ਉਹਦੀ ਭੈਣ ਉਹਦੇ ਲਈ ਫ਼ੋਨ ਕਰਦੇ ਹੁੰਦੇ ਸੀ। ਮੈਂ ਵੀਡੀਓ ਕਾਲ ਆਪਣੇ ਫ਼ੋਨ ਤੋਂ ਕਰਵਾ ਦਿੰਦੀ ਸੀ। ਅਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਬਿਲਕੁਲ ਟੈਨਸ਼ਨ ਨਾ ਲਓ, ਇਹ ਸਾਡੇ ਕੋਲ ਪੇਸ਼ੈਂਟ ਆਇਆ ਹੋਇਆ ਅਤੇ ਇਹ ਜਿੰਨੀ ਦੇਰ ਤੱਕ ਤੁਸੀਂ ਆ ਨਹੀਂ ਸਕਦੇ, ਜੋ ਵੀ ਜ਼ਰੂਰਤ ਹੈ। ਉਹ ਨਾ ਮੂੰਗਫਲੀ ਖਾਣ ਦਾ ਬੜਾ ਸ਼ੌਕੀਨ ਸੀ। ਮੈਂ ਡੇਲੀ ਮੂੰਗਫਲੀ ਲੈ ਕੇ ਜਾਂਦੀ ਸੀ ਅਤੇ ਉਹ ਮੈਨੂੰ ਮੂੰਗਫਲੀ ਵਾਲੇ ਮੈਡਮ ਆਏ, ਮੂੰਗਫਲੀ ਦੇ ਦਿਓ। ਅਤੇ ਮੈਂ ਆਪਣੇ ਬੇਟੇ ਦੇ ਕੱਪੜੇ ਵਗੈਰਾ ਸਾਰਾ ਕੁਛ, ਅਤੇ ਇਸ ਤਰ੍ਹਾਂ ਦੇ ਜੋ ਵੀ ਘਰੋਂ ਚੀਜ਼ ਪੇਸ਼ੈਂਟ ਲਈ ਮੈਨੂੰ ਲੱਗਣਾ ਨਾ ਕਿ ਚਾਹੀਦੀ ਹੈ, ਅਤੇ ਮੈਂ ਪੇਸ਼ੈਂਟ ਨੂੰ ਖੁਸ਼ ਕਰਨ ਵਾਸਤੇ ਕਿ ਜੇ ਉਹਨਾਂ ਨੇ ਕਹਿਣਾ ਕਿ ਪਨੀਰ ਦੀ ਭੁਰਜੀ ਖਾਣ ਨੂੰ ਦਿਲ ਕਰਦਾ, ਪਨੀਰ ਦੀ ਭੁਰਜੀ ਬਣਾ ਕੇ ਲੈ ਜਾਣਾ। ਜੋ ਵੀ ਉਹਨਾਂ ਦਾ ਘਰ ਦੀ ਚੀਜ਼ ਖਾਣ ਨੂੰ ਦਿਲ ਕਰਦਾ, ਮੈਂ ਘਰ ਤੋਂ ਬਣਾ ਕੇ ਲੈ ਜਾਂਦੀ ਸੀ। ਮੈਡੀਕਲ ਟ੍ਰੀਟਮੈਂਟ ਦੇ ਨਾਲ ਨਾਲ ਹਰ ਤਰ੍ਹਾਂ ਦਾ ਜਿਹੜਾ ਸਹਿਯੋਗ ਕਰਦੇ ਸੀ ਤੁਸੀਂ? ਹਾਂਜੀ ਹਾਂਜੀ। ਈਵਨ ਕਿ ਫਿਰ ਮੈਂ ਉਹਨਾਂ ਨੂੰ ਹੌਲੀ ਹੌਲੀ ਇਹ ਵੀ ਆਦਤ ਪਾਈ ਕਿ ਚਲੋ ਦੇਖੋ ਆਪਾਂ ਸਮਾਨ ਥੋੜ੍ਹਾ ਜਿਹਾ ਇਕੱਠਾ ਕਰੀਏ, ਅੱਜ ਤੁਹਾਡਾ ਖਾਣ ਨੂੰ ਕੀ ਦਿਲ ਕਰਦਾ? ਉਹਨਾਂ ਕਹਿੰਦਾ ਪਕੌੜੇ। ਮੈਂ ਕਿਹਾ ਚਲੋ 10-10 ਰੁਪਏ ਇਕੱਠੇ ਕਰੀਏ। ਉਹਨਾਂ ਦੇ ਨਾਲ ਲਾ ਕੇ ਮੈਂ ਵੀ ਨਾਲ ਪਕੌੜੇ ਬਣਾ ਕੇ ਉਹਨਾਂ ਨੂੰ ਖਿਲਾ ਦੇਣੇ। ਅੱਜ ਸੂਪ ਪੀਣ ਨੂੰ ਦਿਲ ਕਰਦਾ, ਸਬਜ਼ੀ ਮੰਗਾਉਣੀ, ਸੂਪ ਬਣਾ ਕੇ। ਤਾਂ ਬੜਾ ਉਹਨਾਂ ਦੇ ਨਾਲ ਫੈਮਿਲੀ ਰਿਲੇਸ਼ਨ ਸੀ। ਲੋਕ ਡਰਦੇ ਨੇ ਪਰ ਉਹਨਾਂ ਨੂੰ ਪਿਆਰ ਦੀ ਜ਼ਰੂਰਤ ਹੁੰਦੀ ਹੈ। ਅਤੇ ਇਸ ਤਰੀਕੇ ਦੇ ਨਾਲ ਜੇ ਉਹਨਾਂ ਨੂੰ ਹੈਂਡਲ ਕੀਤਾ ਜਾਵੇ ਤਾਂ ਉਹ ਬਹੁਤ ਵਧੀਆ ਟਰੀਟਮੈਂਟ ਵੀ ਲੈ ਕੇ ਜਾਂਦੇ ਅਤੇ ਠੀਕ ਵੀ ਹੋਏ ਹੈ। ਬੀਇੰਗ ਅ ਵੂਮੈਨ, ਤੁਸੀਂ ਕਿਵੇਂ ਸਾਰੀਆਂ ਜੋ ਚੈਲੰਜਸ ਨੂੰ ਕਿਵੇਂ ਫੇਸ ਕੀਤਾ ਅਤੇ ਹੋਰਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਕਿਉਂਕਿ ਇੱਕ ਵੂਮੈਨ ਹੋਣ ਦੇ ਨਾਤੇ ਤੁਸੀਂ ਇੰਨੀ ਟਫ ਡਿਊਟੀ ਕਰਦੇ ਹੋ ਅਤੇ ਬਹੁਤ ਸਾਰੀਆਂ ਔਰਤਾਂ ਇਸੇ ਕਰਕੇ ਸ਼ਾਇਦ ਇਸ ਤਰ੍ਹਾਂ ਦੇ ਕੰਮ ਕਾਰ ਨਹੀਂ ਕਰਦੀਆਂ, ਉਹਨਾਂ ਦਾ ਹੌਸਲਾ ਨਹੀਂ ਪੈਂਦਾ। ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਇਹੀ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਪੋਜ਼ੀਟਿਵ ਕੋਈ ਵੀ ਕੰਮ ਉਹਨੂੰ ਪੋਜ਼ੀਟਿਵਿਟੀ ਦੇ ਨਾਲ ਚੈਲੰਜ ਸਮਝ ਕੇ ਕਰਨਾ, ਸਟ੍ਰੈਸ ਸਮਝ ਕੇ ਨਹੀਂ, ਡਰ ਸਮਝ ਕੇ ਨਹੀਂ ਕਰਨਾ। ਜਦੋਂ ਅਸੀਂ ਆਪਣਾ ਮਨ ਨੂੰ ਸਟਰੋਂਗ ਬਣਾ ਲੈਂਦੇ ਅਤੇ ਸਾਨੂੰ ਕੋਈ ਵੀ ਕੰਮ ਔਖਾ ਨਹੀਂ ਲੱਗਦਾ। ਲਾਈਫ ਇਜ਼ ਸਟਰਗਲ, ਇਸ ਚੱਲਦਾ ਹੀ ਰਹਿੰਦਾ। ਲਾਈਫ ਦੇ ਉਤਾਰ ਚੜਾਅ ਆਉਂਦੇ ਰਹਿੰਦੇ ਆ, ਪਰ ਪੋਜ਼ੀਟਿਵਿਟੀ ਦੇ ਨਾਲ ਅਸੀਂ ਇਹਨੂੰ ਵਧੀਆ ਤਰੀਕੇ ਨਾਲ ਅਸੀਂ ਕਰ ਸਕਦੇ ਹਾਂ। ਕੋਈ ਸੁਝਾਅ ਦੇਣਾ ਚਾਹੋਗੇ ਜੀ ਸਰਕਾਰ ਨੂੰ? ਤੁਹਾਡੇ ਇਸ ਪ੍ਰੋਫੈਸ਼ਨ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਫੇਸ ਕਰਦੇ ਹੋ, ਸਰਕਾਰ ਨੂੰ ਕੀ ਸੁਝਾਅ ਦੇਣਾ ਚਾਹੋਗੇ? ਕੋਈ ਸੁਧਾਰ ਹੋ ਸਕਦਾ? ਹਾਂ, ਜਿਵੇਂ ਅਸੀਂ ਕੋਵਿਡ ਦੇ ਵਿੱਚ ਕੰਮ ਕੀਤਾ, ਬੜਾ ਦੁੱਖ ਮਹਿਸੂਸ ਹੁੰਦਾ ਹੈ ਕਿ ਐਪਰੀਸ਼ੀਏਸ਼ਨ ਨਰਸਿੰਗ ਰੂਟ ਲੈਵਲ 'ਤੇ, ਡਾਕਟਰ ਲੈਵਲ 'ਤੇ, ਮੈਨੂੰ ਡਾਕਟਰ ਲੈਵਲ 'ਤੇ, ਸਟਾਫ ਲੈਵਲ 'ਤੇ, ਸਵੀਪਰ, ਕਲਾਸ 4 ਕੋਈ ਐਪਰੀਸ਼ੀਏਸ਼ਨ ਨਹੀਂ ਦਿੱਤੀ ਗਈ। ਅਤੇ ਈਵਨ ਕਿ ਸਾਰਾ ਹੀ ਬਿਊਰੋਕਰੇਸੀ ਨੂੰ, ਲਓ ਜੀ ਆਹ ਬਿਊਰੋਕਰੇਸੀ, ਆ ਪ੍ਰਸ਼ਾਸਨ ਨੇ ਆਹ ਕੰਮ ਕੀਤਾ, ਜਿਹੜਾ ਕਿ ਰੂਟ ਲੈਵਲ 'ਤੇ ਜਿਨ੍ਹਾਂ ਨੇ ਪੇਸ਼ੈਂਟ ਨਾਲ ਜੂਝਿਆ, ਆਪਣੇ ਆਪ ਨੂੰ ਖਤਰੇ 'ਚ ਪਾਇਆ। ਪ੍ਰਸ਼ਾਸਨ ਤਾਂ ਉੱਪਰੋਂ ਬੈਠ ਕੇ ਹੁਕਮ ਹੀ ਕਰ ਰਿਹਾ ਨਾ, ਅਸੀਂ ਉਹਨਾਂ ਨੂੰ ਫੋਲੋ ਕਰ ਰਹੇ ਹਾਂ, ਅਤੇ ਇਹ ਐਪਰੀਸ਼ੀਏਸ਼ਨ ਜ਼ਰੂਰ ਹੋਣੀ ਚਾਹੀਦੀ ਹੈ। ਦੂਸਰੀ ਮੈਂ ਇਹ ਕਹਾਂਗੀ ਕਿ
ਜਿਵੇਂ ਮਰੀਜ਼ ਨੂੰ ਅਧਿਕਾਰ ਹੈ ਕਿ ਉਹਨੂੰ ਜੇ ਕਿਸੇ ਮੁਲਾਜ਼ਮ ਪ੍ਰਤੀ ਕੰਪਲੇਨ ਕਰ ਸਕਦਾ ਹੈ 104 ਨੰਬਰ 'ਚ, ਤੇ ਮੁਲਾਜ਼ਮਾਂ ਲਈ ਵੀ ਕੋਈ ਕੰਪਲੇਂਟ ਨੰਬਰ ਹੋਣਾ ਚਾਹੀਦਾ ਹੈ, ਜਿਹੜਾ ਕਿ ਅਸੀਂ ਸਫ਼ਰ ਕਰਦੇ ਹਾਂ ਤਾਂ ਸਾਨੂੰ ਉਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਸਾਡੀ ਵੀ ਕਿਤੇ ਨਾ ਕਿਤੇ ਸੁਣਵਾਈ ਹੋਣੀ ਚਾਹੀਦੀ ਹੈ। ਤੇ ਦੂਸਰੇ ਦੁੱਖ ਦੀ ਇਹ ਗੱਲ ਹੈ ਕਿ ਦੇਖੋ ਅਸੀਂ ਨਰਸਿੰਗ ਵਿੱਚ ਇੰਨੇ ਮਿਹਨਤ ਕਰਦੇ ਹਾਂ, ਇੰਨੀ ਮਿਹਨਤ ਕੀਤੀ। ਪਿਛਲੀਆਂ ਸਰਕਾਰਾਂ ਦੇ ਕੋਲ ਵੀ ਅਸੀਂ ਨਰਸਿੰਗ ਪ੍ਰੋਫੈਸ਼ਨ ਨਰਸਿੰਗ ਆਫਿਸਰ ਦਾ ਅਹੁਦਾ ਮੰਗਿਆ, ਜਦ ਕਿ ਸਾਡੇ ਕੁਲੀਗਸ ਨੂੰ ਦਿੱਤਾ ਗਿਆ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਅਸੀਂ ਫੀਮੇਲ ਹੋਣ ਦੇ ਨਾਤੇ ਅਸੀਂ ਨਹੀਂ ਅਪਰੋਚ ਕਰ ਸਕਦੇ, ਜਾ ਸਕਦੇ, ਪਰ ਅਸੀਂ ਆਪਣੇ ਕੰਮ 'ਚ ਇੰਨਾ ਕੰਸਨਟਰੇਟ ਕਰਦੇ ਹਾਂ, ਇਸ ਵਿੱਚ ਸਰਕਾਰ ਦਾ ਕੁਝ ਵੀ ਨਹੀਂ ਲੱਗਣਾ, ਇੱਕ ਪੈਸਾ ਵੀ ਨਹੀਂ ਲੱਗਣਾ। ਇੱਕ ਸਾਡੀ ਕੁਆਲੀਫਿਕੇਸ਼ਨ ਵੀ ਇੰਨੀ ਹੈ, BSc MSc ਈਵਨ ਕਿ PhD ਬੱਚੇ ਵੀ ਮੇਰੇ ਕੋਲ ਹੈਗੇ ਸਾਡੇ ਹਸਪੀਟਲ ਦੇ ਵਿੱਚ, ਤੇ ਸਾਨੂੰ ਨਰਸਿੰਗ ਆਫਿਸਰ ਦੇਣ 'ਚ ਇੱਕ ਵੀ ਪੈਸਾ ਨਹੀਂ ਲੱਗਣਾ। ਤੇ ਉਹ ਦਿੱਤਾ ਹੈ। ਹੁਣ ਮੇਰੇ 12 ਮਈ ਨੂੰ ਡਾਕਟਰ ਵਿਜੇ ਸਿੰਗਲਾ ਜੀ ਨੇ ਅੱਗੋਂ ਨੋਟੀਫਿਕੇਸ਼ਨ ਕਿਵੇਂ, ਜਿੰਨੀ ਦੇਰ ਤੱਕ ਸਾਨੂੰ ਨੋਟੀਫਿਕੇਸ਼ਨ ਨਹੀਂ ਆਉਂਦੀ ਉਨੀ ਦੇਰ ਤੱਕ ਤਾਂ ਅਸੀਂ ਵੇਟ ਹੀ ਕਰ ਰਹੇ ਹਾਂ। ਤੇ ਇਹ ਸਾਨੂੰ ਸਾਡੇ ਰਾਈਟਸ, ਸਾਡੇ ਜਿਵੇਂ ਗ੍ਰੇਡ ਨੇ 10 ਸਾਲ ਤੋਂ ਬਾਅਦ ਅਸੀਂ 35 ਸਾਲ ਦੇ ਹੋ ਗਏ, ਦੇਖੋ ਅਜੇ ਤੱਕ ਕੋਈ ਪ੍ਰਮੋਸ਼ਨ ਨਹੀਂ ਮਿਲੀ। ਜਦ ਕਿ ਨਾ ਜੇ ਨਹੀਂ ਸਰਕਾਰ ਕੋ ਪ੍ਰਮੋਸ਼ਨ ਨਹੀਂ ਹੈਗੀ, 10 ਸਾਲ ਬਾਅਦ ਗ੍ਰੇਡ ਦੇ ਦੇਣ, ਨੈਕਸਟ ਗ੍ਰੇਡ ਦੇ ਦੇਣ, 20 ਸਾਲ ਬਾਅਦ ਦੂਸਰਾ ਗ੍ਰੇਡ ਦੇ ਦੇਣ, 30 ਸਾਲ ਬਾਅਦ ਤੀਸਰਾ ਗ੍ਰੇਡ ਦੇ ਦੇਣ, ਤੇ ਸਾਨੂੰ ਕੋਈ ਇਤਰਾਜ਼ ਨਹੀਂ। ਸਾਨੂੰ ਵੀ ਤਾਂ ਕੋਈ ਖੁਸ਼ੀ ਮਿਲੇ ਨਾ ਕਿ ਚਲੋ ਕਿ ਅਸੀਂ ਆਪਣੀ ਮਿਹਨਤ ਕਰ ਰਹੇ ਹਾਂ। ਜੇ ਪ੍ਰਮੋਸ਼ਨ ਤਾਂ ਹਰ ਇੱਕ ਨੂੰ ਚਾਹ ਹੁੰਦਾ, ਬਹੁਤ ਚਾਹ ਹੁੰਦਾ ਕਿ ਕੀ ਅਸੀਂ ਸਟਾਫ ਨਰਸ 35 ਸਾਲ ਦੇ ਹੋ ਗਏ, ਸਟਾਫ ਨਰਸ ਹੀ ਰਹਿ ਜਾਂਦੇ ਹਾਂ। ਤੇ ਹੁਣ ਇੱਕ ਅੱਧਾ ਸਾਲ ਰਹਿ ਗਿਆ ਹੈਗਾ, ਤੇ ਵੈਸੇ ਸੀਨੀਅਰਟੀ ਵਾਈਜ਼ ਜਾਂ ਕਿਸ ਤਰ੍ਹਾਂ, ਜੇ ਨਹੀਂ ਸੀਨੀਅਰਟੀ ਵਾਈਜ਼ ਜੇ ਟਾਈਮ ਨਹੀਂ ਹੈਗਾ, ਸਾਨੂੰ ਗ੍ਰੇਡ ਵਾਈਜ਼ ਸਾਲ ਵਾਈਜ਼ ਜਿਹੜੀ ਪ੍ਰਮੋਸ਼ਨ ਗ੍ਰੇਡ ਪੇ ਦੇਣਾ ਚਾਹੀਦਾ ਹੈ। ਬਹੁਤ ਬਹੁਤ ਸ਼ੁਕਰੀਆ ਮੈਮ ਗੱਲਬਾਤ ਕਰਨ ਦੇ ਲਈ। ਸੋ ਅਸੀਂ ਗੱਲਬਾਤ ਕਰ ਰਹੇ ਸੀ ਜਸਵਿੰਦਰ ਕੌਰ ਜੀ ਦੇ ਨਾਲ, ਤੇ ਪ੍ਰੋਫੈਸ਼ਨ ਨੇ ਕਿਸ ਤਰੀਕੇ ਦਾ ਹੈ, ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹਦੇ ਬਾਰੇ ਇਹਨਾਂ ਨੇ ਖੁੱਲ੍ਹ ਕੇ ਗੱਲ ਕੀਤੀ ਹੈ। ਤੇ ਇਹ ਜ਼ਰੂਰ ਫੀਲ ਵੀ ਕੀਤਾ ਜਾਂਦਾ ਹੈਗਾ ਕਿ ਡਾਕਟਰਾਂ ਨੂੰ ਅਕਸਰ ਹੀ ਐਪਰੀਸ਼ੀਏਟ ਹੈ ਜਿਹੜਾ ਉਹ ਕਰ ਦਿੰਦੇ ਨੇ, ਪਰ ਜਿਹੜੇ ਨਰਸਿਸ ਜਿਹੜੀਆਂ ਵੀ ਹੁੰਦੀਆਂ ਨੇ ਉਹਨਾਂ ਨੂੰ ਉਸ ਕਦਰ ਜਿਹੜੀ ਹੈ ਉਹਨਾਂ ਦੀ ਐਪਰੀਸ਼ੀਏਸ਼ਨ ਹੈ ਉਹ ਨਹੀਂ ਹੁੰਦੀ ਗੀ। ਬੇਸ਼ੱਕ ਪਿਛਲੇ ਦਿਨੀ ਇੰਟਰਨੈਸ਼ਨਲ ਨਰਸ ਡੇ ਸੀਗਾ, ਇਹੋ ਜਿਹੇ ਖਾਸ ਓਕੇਜਨ 'ਤੇ ਰੈਕੋਗਨਾਈਜ਼ ਕੀਤਾ ਜਾਂਦਾ ਇਹਨਾਂ ਦੇ ਕੰਮਕਾਰ ਨੂੰ, ਡਿਊਟੀ ਨੂੰ। ਜੀ ਹਾਂਜੀ, ਕੀ ਕਹੋ? ਇਸ ਨਹੀਂ, ਇਹ ਸਾਡੇ ਸਿਵਲ ਸਰਜਨ ਨੇ ਵੀ ਰੈਕੋਗਨਾਈਜ਼ ਕੀਤਾ ਹੈ, ਸਾਡੇ SMO ਸਾਹਿਬ ਨੇ ਵੀ ਸਾਨੂੰ ਸਪੈਸ਼ਲੀ ਗਿਫਟ ਦਿੱਤੇ ਨੇ, ਸਿਵਲ ਸਰਜਨ ਸਾਹਿਬ ਨੇ ਵੀ, DP ਮੈਮ ਨੇ ਵੀ, ਡਿਪਾਰਟਮੈਂਟ ਵੱਲੋਂ ਤਾਂ ਕੀਤਾ ਜਾਂਦਾ, ਪਰ ਸਰਕਾਰ ਸਾਨੂੰ ਕੀ ਦੇ ਰਹੀ ਹੈ? ਸਰਕਾਰ ਵੱਲੋਂ ਵੀ ਸਾਡੀ ਸੁਣਵਾਈ ਜ਼ਰੂਰ ਹੋਣੀ ਚਾਹੀਦੀ ਹੈ। ਸਰਕਾਰ ਵੱਲੋਂ ਸੁਣਵਾਈ ਜ਼ਰੂਰ ਹੋਣੀ ਚਾਹੀਦੀ ਹੈ, ਤੇ ਉਮੀਦ ਹੈ ਤੁਹਾਨੂੰ ਜਿਹੜਾ ਵੀਡੀਓ ਹੈ ਇਹ ਚੰਗੀ ਲੱਗੂਗੀ ਤੇ ਬਹੁਤ ਕੁਝ ਇਸ ਪ੍ਰੋਫੈਸ਼ਨ ਬਾਰੇ ਜਾਣਨ ਦਾ ਮੌਕਾ ਮਿਲੂਗਾ। ਮੋਹਾਲੀ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।